साजन आए बुठे घर माही, हर गुण गावहि तृप्त अगावहि। साजन आए बुठे घर माही, हर गुण गावहि तृप्त अगावहि। हर गुण गाए सदा तृप्तासी, फिर भूख ना लागे आए। दह दिस पूज होवे हर जन की, जो हर हर नाम ध्याए। नानक हर आपे जोड़ बछोड़े, हर बिन को दूजा नाहीं। साजन आए उठे कर माही, साजन आए बुठे कर माही। शब्द गुरु साहिब श्री गुरु ग्रंथ साहिब महाराज सच्चे पातशाह जी की पावन पवित्र हजूरी विच जुड़ मिल बैठे गुरु प्यारिओ, आप सारे ही अति सत्कारयोग तनता दे योग हो। वड्डे भाग ने आओ लड़ीवार गुरु की पावन बाणी दी विचार सुन रहे सारे ही गुरसिख प्रेमी वीरां दा उस अकाल पुरख वाहिगुरु जी की निगाह विच जीवन सुहावना बनता है। जो जो प्राणी लाहा खटदे ने गुरु की पावन बाणी नूं समझण विचारन दा यतन करिए। बाणी दी विचार शुरू करन तो पहलां आपस विच गुरफतेह दी सांझ पाउणी। सब ने बोलना जी आखिओ वाहिगुरू जी का खालसा वाहिगुरू जी की फतेह। चल रही लड़ी दे विचों आपां तीजे पातशाह धन गुरु अमरदास महाराज उन्हां दी पावन बाणी अष्टपदियां दे रूप विच एक शब्द जो एक एक पदे दे मुताबिक बारी बारी पढ़ते आ रहे हाँ। पातशाह मेहर करन जो अज दा बंद अज दा पदा पढ़िया है इस पदे दी गुरु पातशाह आप ही कृपा करन विचार करवा सकन। साजन आए बुठे कर माही, जिहदे विच मेरे मालिक ने बख्शिश कीती है। कहंदे हे भाई जिन्हां मनुखां दे हिरदे रूपी घर दे विच सज्जन प्रभु जी आ जाण। सज्जन प्रभु परमात्मा जी आ जाण, ओ मनुख परमात्मा दे गुण गाउंदा। ओही अपने घर विच आए मेहमान दे गुण गान करदा। इस गल नूं समझण दे लई आपां उदाहरण अपने घर दे विचों लै लईए भी, जिवें कि साडे घर दे विच कोई भी साडा नेड़ला दोस्त रिश्तेदार भैण भाई पहुंचदा है। बंदे दा अक्सर सुभाअ घर आए मेहमान नूं तां आपां छड्डो, बंदे दा अक्सर सुभाअ गा भी जदों आपां किसी सज्जण नूं मिलदे आ ना
ਜਾਂ ਸਾਡਾ ਦੋਸਤ ਆ ਜਾਂ ਨਹੀਂ ਦੋਸਤ ਹੈ, ਜਾਂ ਸਾਡੇ ਪਿੰਡ ਦਾ ਜਾਂ ਸਾਡੇ ਇਲਾਕੇ ਦਾ ਬੰਦਾ ਦੂਜੇ ਬੰਦੇ ਦੀ ਵਡਿਆਈ ਬਹੁਤ ਕਰਦਾ। ਇਹ ਤਾਂ ਜੀ ਬਾਹਲਾ ਤਕੜਾ, ਇਹ ਤਾਂ ਜੀ ਬਾਹਲਾ ਅਮੀਰ ਆ ਜੀ, ਇਹਦੇ ਵਰਗਾ ਤਾਂ ਹੈ ਹੀ ਨਹੀਂ ਕੋਈ। ਸਾਡੇ ਪਿੰਡ 'ਚ ਤਾਂ ਭਾਈ, ਸਾਡੇ ਏਰੀਏ 'ਚ ਤਾਂ ਭਾਈ ਨਾ ਚੱਲਦਾ। ਤਾਂ ਵਾਹਿਗੁਰੂ ਭਲਾ ਕਰੇ, ਇਹ ਫੋਕੀ ਗੱਲ ਆ, ਇਸ ਗੱਲ 'ਚ ਕੋਈ ਦਮ ਨਹੀਂ ਹੈ। ਅਗਲਾ ਅਮੀਰ ਹੋਵੇਗਾ, ਆਪਦੇ ਘਰ ਹੋਵੇਗਾ, ਚੰਗਾ ਹੋਵੇਗਾ ਆਪਦੇ ਘਰ ਹੋਵੇਗਾ, ਮੰਦਾ ਹੋਵੇਗਾ ਆਪਦੇ ਘਰ ਹੋਵੇਗਾ, ਪਰ ਸਾਡਾ ਤਾਂ ਮਤਲਬ ਕੋਈ ਨਹੀਂ ਨਾ ਉਹਦੀ ਫੋਕੀ ਉਸਤਤ ਜਾਂ ਉਹਦੀ ਵਾਧੂ ਦੀ ਨਿੰਦਿਆ ਕਰਨ ਦੇ ਵਿੱਚ ਅਸੀਂ ਆਪਣੇ ਆਪ ਨੂੰ ਨਾ ਲੈ ਕੇ ਜਾਈਏ। ਆਪਾਂ ਜੇ ਵਡਿਆਈ ਕਰਨੀ ਹੈ, ਉਪਮਾ ਕਰਨੀ ਹੈ, ਉਸਤਤ ਕਰਨੀ ਹੈ ਤਾਂ ਸੱਚੇ ਮਾਲਕ ਦੀ ਕਰੀਏ, ਬੰਦੇ ਦੀ ਨਾ ਕਰੀਏ। ਠੀਕ ਆ, ਫਤਿਹ ਦੀ ਸਾਂਝ ਉਧਰ ਉਧਰ ਹੀ ਬੋਲ ਚਾਲ, ਥੋੜੀ ਬਹੁਤੀ ਲੋੜ ਮੁਤਾਬਕ, ਕੋਈ ਵੱਡੀ ਗੱਲ ਨਹੀਂ, ਗੁਨਾਹ ਨਹੀਂ ਹੈ, ਕਰ ਲੈਣੀ ਚਾਹੀਦੀ ਆ। ਪਰ ਜਦੋਂ ਬੰਦਾ ਕਿਸੇ ਲੇਖੇ 'ਚ ਨਹੀਂ ਹੈ, ਕਿਸੇ ਕੰਮ 'ਚ ਨਹੀਂ ਹੈ, ਫਿਰ ਉਸ ਬੰਦੇ ਦਾ ਨਾਂ ਕੀ ਲੈਣਾ, ਛੱਡੋ ਖੜਾ। ਇਸੇ ਕਰਕੇ ਗੁਰਦੇਵ ਪਾਤਸ਼ਾਹ ਕਹਿੰਦੇ ਬੰਦੇ ਦਾ ਸੁਭਾਅ ਭਾਈ, ਹਾਂ ਜਿਨ੍ਹਾਂ ਦਾ ਧਿਆਨ ਵਾਹਿਗੁਰੂ ਤੇ ਜੁੜ ਗਿਆ ਉਹਨਾਂ ਨੂੰ ਛੱਡ ਕੇ ਆਪਣੀ ਆਮ ਹੀ ਗੱਲ ਹੁੰਦੀ ਹੈ ਜੀ, ਤਾਂ ਬਹੁਤ ਆਏ ਆ ਜੋ ਬਹੁਤ ਇੱਦਾਂ ਦੀਆਂ ਗੱਲਾਂ ਆਪਣੀਆਂ ਹੁੰਦੀਆਂ ਨੇ। ਪਾਤਸ਼ਾਹ ਕਹਿੰਦੇ ਬੰਦੇ ਦਾ ਸੁਭਾਅ ਨਹੀਂ, ਆਪਾਂ ਬੰਦੇ ਦੀ ਵਡਿਆਈ ਨਹੀਂ, ਆਪਾਂ ਆਪਣੇ ਗੁਰੂ ਦੀ ਵਡਿਆਈ ਕਰਨੀ ਆ, ਆਪਣੇ ਰੱਬ ਜੀ ਦੀ ਵਡਿਆਈ ਕਰਨੀ ਆ, ਜਿਹਦੀ ਵਡਿਆਈ ਕੀਤਿਆਂ ਸਾਡੀ ਸ਼ੋਭਾ ਹੁੰਦੀ ਆ, ਸਾਡੀ ਵੀ ਉਪਮਾ ਹੁੰਦੀ ਆ, ਸਾਡੀ ਵੀ ਵਡਿਆਈ ਹੁੰਦੀ ਹੈ ਇਸ ਗੱਲ 'ਚ। ਤੇ ਗੁਰੂ ਬਖਸ਼ਿਸ਼ਾਂ ਵੀ ਕਰਦਾ, ਮਾਲਕ ਦੇ ਗੁਣ ਗਾਉਣ ਨਾਲ ਨਾ ਗੁਰੂ ਬਖਸ਼ਿਸ਼ਾਂ ਵੀ ਕਰਦਾ। ਤੇ ਹੁਣ ਬੰਦਾ ਬੰਦੇ ਦੀ ਵਡਿਆਈ ਕਰਦਾ, ਤੇ ਕੀ ਜਿਹਦੀ ਆਪਾਂ ਵਡਿਆਈ ਕਰਦੇ ਆ ਉਹ ਵਡਿਆਈ ਕਰਵਾਉਣ ਵਾਲਾ ਸਾਨੂੰ ਕੁਝ ਦੇ ਦੂਗਾ? ਬਿਲਕੁਲ ਨਹੀਂ ਦੇਵੇਗਾ। ਨਿਗਾਹ ਮਾਰ ਕੇ ਵੇਖਿਓ ਨਾ, ਉਹ ਪਾਸਾ ਵੱਟ ਜਾਵੇਗਾ ਉਹਦਾ ਸੁਭਾਅ। ਆਪਾਂ ਕਰ ਲੋ ਵਡਿਆਈ, ਪਰ ਬੰਦਾ ਆਪਣੀ ਵਡਿਆਈ ਚਾਹੇ ਕਰਵਾਉਂਦਾ ਚਾਹੇ ਨਹੀਂ ਕਰਵਾਉਂਦਾ, ਪਰ ਜਿਹਦੀ ਆਪਾਂ ਵਡਿਆਈ ਕਰਦੇ ਹਾਂ ਉਹ ਆਪਣੇ ਤੋਂ ਪਾਸੇ ਹੋ ਜਾਊਗਾ। ਕੁਦਰਤੀ ਬੰਦੇ ਦਾ ਸੁਭਾਅ, ਮੇਰਾ ਰਿਸ਼ਤੇਦਾਰ ਤਕੜਾ, ਮੇਰਾ ਫਲਾਨਾ ਤਕੜਾ, ਮੇਰਾ ਬਹੁਤ ਤਕੜਾ। ਕਿਸੇ ਨੇ ਬੜੇ ਵਧੀਆ ਪੁਆਇੰਟ ਲਿਖੇ ਨੇ, ਕਹਿੰਦੇ ਕਿਤੇ ਕਿਤੇ ਤਾਂ ਨਾ ਆਪਣਾ ਦੋਸਤ ਮਿੱਤਰ ਖੜਦਾ, ਕਿਤੇ ਕਿਤੇ ਪਰਿਵਾਰ, ਕਿਤੇ ਕਿਤੇ ਸੱਜਣ ਬੇਲੀ ਖੜਦੇ ਨੇਗੇ ਨਜ਼ਦੀਕ ਲੈ, ਕਿਤੇ ਕਿਤੇ ਰਿਸ਼ਤੇਦਾਰ, ਕਿਤੇ ਕਿਤੇ ਸਾਡੇ ਆਂਢ ਗੁਆਂਢੀ ਖੜਦੇ ਨੇ, ਤੇ ਕਿਤੇ ਖੜਦਾ ਸਾਡੇ ਨਾਲ ਪਰਿਵਾਰ। ਪਰ ਉਹ ਗੱਲਾਂ ਨੇ, ਵਾਹਿਗੁਰੂ ਭਲਾ ਕਰੇ, ਜਿਹੜੀ ਗੱਲ ਅੱਗੇ ਉਹ ਵਿਅਕਤੀ ਕਹਿੰਦਾ ਨਾ, ਕਹਿੰਦਾ ਜਿੱਥੇ ਕੋਈ ਵੀ ਨਹੀਂ ਖੜਦਾ, ਜਿੱਥੇ ਸਾਡੀ ਮਦਦ ਲਈ ਕੋਈ ਵੀ ਨਹੀਂ ਪਹੁੰਚਦਾ, ਉੱਥੇ ਕੇਵਲ ਖੜਦਾ ਨਿਰੰਕਾਰ, ਉੱਥੇ ਕੇਵਲ ਨਿਰੰਕਾਰ ਖੜੂਗਾ, ਪਰਮਾਤਮਾ ਸਾਡੀ ਮਦਦ ਕਰੇਗਾ। ਇਸ ਕਰਕੇ ਜਿੱਥੇ ਕੋਈ ਨਹੀਂ ਖੜਦਾ ਉੱਥੇ ਪਰਮਾਤਮਾ ਨਿਰੰਕਾਰ ਸਾਡੇ ਨਾਲ ਖੜਦਾ, ਸਾਡੀ ਮਦਦ ਕਰਦਾ। ਫਿਰ ਕਿਉਂ ਨਾ ਭਾਈ ਆਪਾਂ ਪਰਮਾਤਮਾ ਦੀ ਨਿਰੰਕਾਰ ਦੀ ਵਡਿਆਈ ਕਰੀਏ, ਕਿਉਂ ਨਾ ਉਹਦੀ ਉਪਮਾ ਕਰੀਏ, ਕਿਉਂ ਨਾ ਉਹਦੀ ਉਸਤਤ ਕਰੀਏ। ਸਾਡਾ ਫਰਜ਼ ਬਣਦਾ ਉਹ ਰੱਬ ਜੀ ਦੀ ਵਡਿਆਈ ਕਰਨ ਦਾ। ਇਸੇ ਕਰਕੇ ਗੁਰਦੇਵ ਪਾਤਸ਼ਾਹ ਨੇ ਜ਼ਿਕਰ ਕੀਤਾ, ਕਹਿੰਦੇ ਬੰਦਿਆ, ਕਹਿੰਦੇ ਦੁਨੀਆ ਦੀ ਰਾਜੇ ਮਹਾਰਾਜਿਆਂ ਦੀ, ਆਪਣੇ ਤੋਂ ਵੱਡੇ ਆਪਣੇ ਰਿਸ਼ਤੇਦਾਰ ਭੈਣ ਭਰਾ, ਉਹਨਾਂ ਦੀ ਸ਼ੋਹਰਤ ਵਾਲੀਆਂ ਗੱਲਾਂ ਛੱਡ ਕੇ, ਵਡਿਆਈ ਵਾਲੀਆਂ ਗੱਲਾਂ ਛੱਡ ਕੇ ਇੱਕ ਅਕਾਲ ਪੁਰਖ ਦੀ ਵਡਿਆਈ ਕਰ, ਰਹਿਤ ਮਰਜ਼ਾਦਾ ਦੇ। ਇਉਂ ਮੰਨ ਲਓ ਵੀ ਪਹਿਲੇ ਪੁਆਇੰਟ ਦੇ ਵਿੱਚ, ਪਹਿਲੇ ਪੰਨੇ ਤੇ ਇਹੀ ਲਿਖਿਆ, ਸਿੱਖ ਦੀ ਤਾਰੀਫ ਕਿਹਦੇ ਪ੍ਰਥਾਏ ਹੋਣੀ ਚਾਹੀਦੀ ਆ? 10 ਗੁਰੂ ਸਾਹਿਬਾਨ, 10 ਗੁਰੂ ਸਾਹਿਬਾਨਾਂ ਦੀ ਆਤਮਿਕ ਜੋਤ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਤੇ ਨਿਸ਼ਚਾ ਹੋਵੇ, ਭਰੋਸਾ ਹੋਵੇ, 101% ਵਿਸ਼ਵਾਸ ਹੋਵੇ। ਇਹ ਮਨੁੱਖ ਦਾ ਸੁਭਾਅ ਹੋਣਾ ਚਾਹੀਦਾ। ਇਹਨੂੰ ਕਹਿੰਦੇ ਨੇ ਸਿੱਖ।
ਇਹਨੂੰ ਕਹਿੰਦੇ ਨੇ ਗੁਰੂ ਦਾ ਪਿਆਰਾ, ਗੁਰੂ ਦਾ ਸੁਚੇਤ ਖਾਲਸਾ, ਇਹਨੂੰ ਕਹਿੰਦੇ ਨੇਗੇ। ਜਿਨ੍ਹਾਂ ਨੇ 10 ਗੁਰੂ ਸਾਹਿਬਾਨ ਤੇ 10 ਗੁਰੂ ਸਾਹਿਬਾਨਾਂ ਵੱਲੋਂ ਬਖਸ਼ਿਸ਼ ਕੀਤੀ ਹੋ ਪਰਮਾਤਮਾ ਦੀ ਬਾਣੀ, ਗੁਰੂ ਪਰਮਾਤਮਾ ਦੇ ਬੋਲ ਸ਼ਬਦ ਦੀ ਵਿਚਾਰ, ਉਹਨੂੰ ਸੰਭਾਲ ਕੇ ਰੱਖਦਾ, ਉਹਨਾਂ ਤੇ ਨਿਸ਼ਚਾ ਰੱਖਦਾ ਹੈ, ਉਹਨਾਂ ਨੂੰ ਆਪਣੀ ਜ਼ਿੰਦਗੀ 'ਚ ਵਰਤਦਾ। ਤੇ ਫਿਰ ਪਾਤਸ਼ਾਹ ਜੀ ਜ਼ਿਕਰ ਕੀ ਕਰਦੇ ਨੇ, ਕਹਿੰਦੇ ਫਿਰ ਭਾਈ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਛੁੱਟ ਹੋਰ ਕਿਸੇ ਦੀ ਵਡਿਆਈ ਨਹੀਂ ਕਰਨੀ। ਜੇ ਵਡਿਆਈ ਕਰਨੀ ਹੈ ਤਾਂ ਇੱਕ ਅਕਾਲ ਪੁਰਖ ਦੀ ਵਾਰ ਕਰਨੀ ਹੈ, ਉਸੇ ਪਰਮਾਤਮਾ ਦੀ ਸੋਭਾ ਕਰਨੀ ਹੈ। ਜਪ ਮਨ ਸਤਨਾਮ ਸਦਾ ਸਤਨਾਮ, ਮਿਲੂਗਾ ਕੀ ਹਾਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਫਿਰ ਪਾਤਸ਼ਾਹ ਜੀ ਕਹਿੰਦੇ ਉਹ ਮਾਲਕ ਨੂੰ ਨਿਤ ਧਿਆ, ਨਿਤ ਉਹਨੂੰ ਜਪ, ਸਾਜਨ ਆਏ ਬੁੱਠੇ ਕਰਮਾਹੀ। ਆਪਣੀ ਗੱਲ ਸੀ, ਜਿਨ੍ਹਾਂ ਦੇ ਹਿਰਦੇ ਰੂਪੀ ਘਰ ਦੇ ਵਿੱਚ ਉਹ ਵਾਹਿਗੁਰੂ ਜੀ ਦੀ ਵਾਸਾ ਹੋ ਜਾਵੇ ਤੇ ਉਹੀ ਮਨੁੱਖ ਵਾਹਿਗੁਰੂ ਪਰਮਾਤਮਾ ਦੇ ਗੁਣ ਗਾਉਂਦਾ, ਜਿਨ੍ਹਾਂ ਦੇ ਅੰਦਰ ਵਾਸਾ ਹੋ ਜਾਵੇ। ਹੁਣ ਇੱਥੋਂ ਮੇਰੇ ਖਿਆਲ ਮੁਤਾਬਕ ਨਾ ਇੱਕ ਆਪਾਂ ਥੋੜਾ ਜਿਹਾ ਅੰਦਾਜ਼ਾ ਲਾਈਏ। ਮੰਨ ਲਓ ਹਰ ਇੱਕ ਵਿਅਕਤੀ ਦਾ ਇਹ ਸਵਾਲ ਆ ਵੀ ਮੈਨੂੰ ਪਰਮਾਤਮਾ ਕਿਵੇਂ ਮਿਲੂਗਾ, ਕਿਵੇਂ ਪ੍ਰਾਪਤ ਹੋਊਗਾ। ਹਰ ਇੱਕ ਦੇ ਅੰਦਰ ਦੀ ਭਾਵਨਾ, ਚਾਹੇ ਕੋਈ ਛੋਟਾ ਚਾਹੇ ਕੋਈ ਵੱਡਾ, ਹਰ ਇੱਕ ਦੇ ਅੰਦਰ ਦੀ ਭਾਵਨਾ ਰੱਬ ਮੈਨੂੰ ਕਿਵੇਂ ਮਿਲੇ। ਫਿਰ ਬੰਦਾ ਆਪਦੇ ਮਨ 'ਚ ਹੀ ਇਹ ਸੋਚ ਲੈਂਦਾ, ਕਹਿੰਦਾ ਨਾ ਤਾਂ ਰੱਬ ਕਿਸੇ ਨੂੰ ਮਿਲਿਆ ਨਾ ਮਿਲਿਆ। ਚਲੋ ਪਹਿਲੀ ਮਿਲਣ ਦੀ ਭਾਵਨਾ ਸੀ, ਕਿਵੇਂ ਮਿਲੇ, ਬਿਲਕੁਲ ਠੀਕ ਆ ਭਾਵਨਾ। ਨਾ ਕਿਸੇ ਨੂੰ ਮਿਲਿਆ ਨਾ ਮਿਲੇ, ਇਹ ਵੀ ਬਿਲਕੁਲ ਠੀਕ ਆ। ਪਰ ਉਹ ਵਾਹਿਗੁਰੂ ਜੀ ਦੇ ਸੰਬੰਧ ਵਿੱਚ ਆਪ ਹੀ ਬੰਦੇ ਨੇ ਆਪਣੇ ਅੰਦਰ ਸਵਾਲ ਪੈਦਾ ਕੀਤਾ ਤੇ ਆਪ ਹੀ ਉਹਦਾ ਇੱਕ ਮਨੌਤ ਮੁਤਾਬਕ ਉੱਤਰ ਦੇ ਕੇ ਤੇ ਬੰਦਾ ਚੁੱਪ ਕਰ ਗਿਆ। ਹੁਣ ਆਪਾਂ ਚਲੋ ਗੁਰੂ ਨੂੰ ਪੁੱਛ ਲਓ, ਆਪਾਂ ਕਿਸੇ ਨੂੰ ਵੀ ਨਾ ਪੁੱਛੋ ਵੀ ਪਰਮਾਤਮਾ ਜਿਹਦੀ ਬਾਣੀ ਗੱਲ ਕਰਦੀ ਆ, ਅਸੀਂ ਰੋਜ਼ ਉਹ ਅਕਾਲ ਪੁਰਖ ਵਾਹਿਗੁਰੂ ਜੀ ਦੀ ਬਾਣੀ ਦੀ ਗੱਲ ਗੁਰੂ ਮਾਲਕ ਜੀ ਦੀ ਸ਼ਰਨ ਵਿੱਚ ਬੈਠ ਕੇ, ਚਰਨਾਂ ਵਿੱਚ ਬੈਠ ਕੇ ਸੁਣਦੇ ਵੀ ਆ। ਜਿਹਦੀ ਬਾਣੀ ਸੁਣਦੇ ਆ ਨਾ, ਫਿਰ ਉਹ ਵਾਹਿਗੁਰੂ ਜੀ ਦਾ ਕੀ ਉਪਦੇਸ਼ ਹੈ। ਪਾਤਸ਼ਾਹ ਜੀ ਕਹਿੰਦੇ ਪ੍ਰਭ ਮਿਲਣਾ ਕੀ ਇਹ ਨਿਸ਼ਾਨੀ, ਮਨ ਏਕੋ ਸੱਚਾ ਸਦਾ ਤ੍ਰਿਪਤਾਸੇ। ਹੁਣ ਪਰਮਾਤਮਾ ਨੂੰ ਮਿਲਣ ਦੀ ਨਿਸ਼ਾਨੀ ਕੀ ਆ? ਮਨ ਏਕੋ ਸੱਚਾ, ਜਿਹੜਾ ਮਨ ਆ ਨਾ ਸਾਡਾ, ਉਹ ਇੱਕ ਸੱਚੇ ਵਾਹਿਗੁਰੂ ਨਾਲ ਜੁੜ ਜੂਗਾ। ਇੱਕ ਤੋਂ ਬਿਨਾ ਉਹ ਦੂਜੇ ਬੰਨੇ ਨਹੀਂ ਜਾਵੇਗਾ। ਇਹ ਨਿਸ਼ਾਨੀ ਹੈ। ਹੋਰ ਸੌਖਾ ਕਰ ਲਓ, ਜਦੋਂ ਸਾਡੇ ਅੰਦਰ ਨਾ ਬਾਣੀ ਸੁਣਨ ਦਾ ਚਾਅ ਪੈਦਾ ਹੋ ਗਿਆ, ਮੰਨ ਲਓ ਵੀ ਵਾਹਿਗੁਰੂ ਦੀ ਕਿਰਪਾ ਸਾਡੇ ਤੇ ਹੋ ਗਈ, ਸਾਨੂੰ ਪਰਮਾਤਮਾ ਮਿਲ ਪਿਆ। ਜਦੋਂ ਚਾਅ ਪੈਦਾ ਹੋ ਗਿਆ, ਇੱਕ ਮਜਬੂਰੀ ਆ ਨਾ, ਬਾਣੀ ਪੜ੍ਹਨੀ, ਬਾਣੀ ਸੁਣਨੀ, ਸਤ ਸੰਗਤ ਕਰਨੀ, ਸੇਵਾ ਕਰਨੀ, ਇੱਕ ਮਜਬੂਰੀ ਆ ਤੇ ਇੱਕ ਅੰਦਰ ਦਾ ਚਾਅ। ਜਦੋਂ ਗੁਰੂ ਸਾਹਿਬ ਜੀ ਕਹਿੰਦੇ ਚਾਅ ਪੈਦਾ ਹੋ ਗਿਆ ਤੇ ਤੇਰਾ ਵਾਸ਼ਨਾਮਾ ਵੱਲੋਂ ਨੱਕ ਮੁੜ ਗਿਆ, ਬਸ ਇਹ ਸੱਜਣ ਪਰਮਾਤਮਾ ਨੂੰ ਮਿਲਣ ਦੀ ਨਿਸ਼ਾਨੀ ਹੈ। ਮਜਬੂਰੀ ਦੇ ਵਿੱਚ ਕੋਈ ਵੀ ਕੰਮ ਕਰੇਗਾ ਨਾ, ਗੁਰੂ ਦੇ ਪਰਥਾਏ ਉਹ ਨਹੀਂ ਨਾ, ਮਜਬੂਰੀ ਨਹੀਂ, ਸ਼ੌਂਕ ਹੋਵੇ। ਜਿਵੇਂ ਚੇਤਾ ਰੱਖਿਓ, ਗਧੇ ਦਾ ਨਾ ਵਜਨ ਢੋਣਾ ਇੱਕ ਮਜਬੂਰੀ ਆ ਵਿਚਾਰੇ ਦੀ, ਉਹਦਾ ਸ਼ੌਂਕ ਨਹੀਂ ਹੈ, ਚਾਅ ਨਹੀਂ ਹੈ, ਉਹਦੀ ਮਜਬੂਰੀ ਆ। ਇਵੇਂ ਜਿਵੇਂ ਕਿਤੇ ਸਾਡੀ ਜ਼ਿੰਦਗੀ ਦਾ ਵੀ ਵੇਸ ਇਦਾਂ ਹੀ ਨਾ ਬਣ ਕੇ ਰਹੇ ਜੇ ਵੀ ਅਸੀਂ ਮਜਬੂਰੀ 'ਚ ਹੀ ਤੁਰੇ ਫਿਰੀਏ। ਤੇ ਬਾਬੇ ਨਾਨਕ ਨੇ ਜਿੰਨਾ ਆਪਣੀ ਜ਼ਿੰਦਗੀ ਸਰੀਰਕ ਤਲ ਤੇ ਗੁਜ਼ਰਦਿਆਂ ਹੋਇਆਂ ਤੇ ਹੁਣ ਤੱਕ ਆਤਮਿਕ ਜੋਤ ਵਿੱਚੋਂ ਉਪਦੇਸ਼ ਦਿੱਤਾ ਨਾ, ਉਹ ਇਹੀ ਦਿੱਤਾ, ਮਜਬੂਰੀ ਨਹੀਂ, ਸ਼ੌਂਕ ਹੋਵੇ।
ਦੁਨੀਆ ਦੇ ਬੋਲ ਤਾਂ ਇਹੀ ਹੈ ਨਾ, ਸਾਡਾ ਸ਼ੌਂਕ ਨਹੀਂ ਮਜਬੂਰੀ ਆ। ਤੇ ਗੁਰੂ ਕਹਿੰਦਾ ਇੱਥੇ ਤੂੰ ਇਹ ਬੋਲ ਬੋਲ ਵੀ ਮਜਬੂਰੀ ਨਹੀਂ ਸ਼ੌਂਕ ਆ, ਅੰਦਰੋਂ ਚਾਹ ਆ। ਫਿਰ ਪਾਤਸ਼ਾਹ ਜੀ ਕਹਿੰਦੇ ਜਦੋਂ ਚਾਹ ਪੈਦਾ ਹੋ ਗਿਆ ਨਾ, ਫਿਰ ਉਹ ਮਾਲਕ ਜੀ ਦੇ ਗੁਣ ਜਿਹੜਾ ਬੰਦਾ ਆਪਣੇ ਆਪ ਗਾਊਗਾ, ਫਿਰ ਉਹਨੂੰ ਕਿਸੇ ਦੇ ਸੁਨੇਹੇ ਤੇ ਭਰੋਸਾ ਨਹੀਂ, ਯਕੀਨ ਨਹੀਂ ਹੈ, ਕਿਸੇ ਦੇ ਗੱਲ ਤੇ ਵਿਸ਼ਵਾਸ ਨਹੀਂ ਹੋਵੇਗਾ। ਫਿਰ ਭਾਵੇਂ ਕੋਈ ਵੀ ਇਨਸਾਨ ਕਿਸੇ ਵੀ ਤਰ੍ਹਾਂ ਦੀ ਆਪਣੀ ਇਸ ਦੁਨੀਆ ਦੇ ਵਿੱਚ ਕਰਾਮਾਤੀ ਨੁਕਤੇ ਵਿਖਾਵੇ, ਗੱਲਾਂ ਕਰੇ, ਉਹ ਵਿਸ਼ਵਾਸ ਨਹੀਂ ਕਰਦਾ। ਇਹ ਗੁਰੂ ਦੇ ਸਿੱਖ ਦਾ ਜੀਵਨ ਹੈਗਾ। ਫਿਰ ਪਾਤਸ਼ਾਹ ਜੀ ਕਹਿੰਦੇ ਜਦੋਂ ਮਨੁੱਖ ਦਾ ਇਦਾਂ ਦਾ ਜੀਵਨ ਆ ਨਾ, ਇਦਾਂ ਦੇ ਜੀਵਨ ਅੰਦਰ ਹੀ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਨਾ ਫਿਰ ਪੈਦਾ ਹੁੰਦੇ ਨੇ, ਅੰਦਰ ਪ੍ਰਗਟ ਹੁੰਦੇ ਨੇ। ਇੱਕ ਆਪਾਂ ਰੋਜ਼ ਨਾ ਦੋਹਰੇ ਦੇ ਵਿੱਚ ਗੁਰੂ ਕੀ ਪਾਵਨ ਬਾਣੀ ਦਾ ਉਪਦੇਸ਼ ਪੜ੍ਹਦੇ ਆ, ਜੋ ਕਿ ਸਾਡੇ ਗੁਰੂ ਪਿਆਰਿਆਂ ਵੱਲੋਂ ਰਹਿਤਨਾਮਿਆਂ ਦੇ ਵਿੱਚ ਦਰਜ ਕੀਤਾ ਗਿਆ। ਬਚਨ ਕੀਆ ਅਕਾਲ ਪੁਰਖ ਕੇ ਬਚਨ ਸਿਉ, ਪ੍ਰਗਟ ਚਲਾਇਓ ਪੰਥ। ਉੱਥੇ ਲਿਖਿਆ ਅਕਾਲ ਪੁਰਖ ਕੇ ਬਚਨ ਸਿਉ, ਤੇ ਆਪਾਂ ਕੀ ਪੜ੍ਹਦੇ ਆ? ਆਗਿਆ ਭਈ ਅਕਾਲ ਕੀ। ਗੱਲ ਇੱਕੋ ਹੀ ਆ, ਆਗਿਆ ਹੁਕਮ, ਭਈ ਅਕਾਲ ਕੀ, ਅਕਾਲ ਪੁਰਖ ਦੀ। ਉਹ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੋਇਆ, ਭਈ ਅਕਾਲ ਕੀ। ਇੱਧਰ ਅਕਾਲ ਪੁਰਖ ਕੇ ਬਚਨ ਸਿਉ, ਪ੍ਰਗਟ ਚਲਾਇਓ ਪੰਥ। ਇੱਕ ਪੰਥ ਬਣਾ ਦਿੱਤਾ। ਉਹ ਪੰਥ ਨੂੰ ਇੱਕ ਅਜਿਹਾ ਤੋਹਫਾ ਦੇਣਾ, ਸਿੱਧੇ ਰਸਤੇ ਤੇ ਚੱਲਣ ਦੇ ਲਈ ਅਜਿਹੀ ਬਖਸ਼ਿਸ਼ ਕਰਨੀ ਆ, ਅਜਿਹਾ ਗਿਆਨ ਦੇਣਾ। ਤੇ ਉਹ ਗਿਆਨ ਦੇ ਪਰਥਾਏ ਅੱਗੇ ਕੀ ਗੱਲ ਆਉਂਦੀ ਆ? ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਹੁਣ ਚੇਤਾ ਰੱਖਿਓ, ਇੱਥੇ ਗੱਲ ਕੀ ਕੀਤੀ ਆ? ਸਭ ਸਿੱਖਣ ਕੋ। ਹੁਣ ਜਦੋਂ ਗੱਲ ਆਉਂਦੀ ਨਾ ਸਭ ਸਿੱਖਣ ਕੋ, ਸਾਡਾ ਧਿਆਨ ਕਿੱਥੇ ਚਲਾ ਜਾਂਦਾ? ਸਾਡਾ ਧਿਆਨ ਏਦਾਂ ਚਲਾ ਜਾਂਦਾ ਵੀ ਕੇਵਲ ਇਹ ਗੱਲ ਜਿੰਨੇ ਸਿੱਖ ਪਰਿਵਾਰਾਂ ਦੇ ਨਾਲ ਸੰਬੰਧਿਤ ਨੇ ਉਹਨਾਂ ਦੀ ਆ। ਸ਼ਾਇਦ ਇਹ ਸਾਨੂੰ ਭੁਲੇਖਾ ਵੀ ਨਹੀਂ ਉਹਨਾਂ ਦੀ ਨਹੀਂ ਹੈ। ਇਹ ਤਾਂ ਸਭ ਲਈ ਸਾਂਝੀ ਗੱਲ ਆ। ਕਿਉਂ? ਕਿਉਂਕਿ ਇੱਕ ਖਾਲਸਾ ਗਾ, ਇੱਕ ਸਿੱਖ ਆ। ਸਿੱਖ ਦਾ ਬੰਦਾ ਕਿਸ ਡਿਗਰੀ ਤੇ ਕਿਸ ਸਟੇਜ ਤੱਕ ਪਹੁੰਚ ਜਾਂਦਾ, ਕਿਸ ਅੱਡੇ ਤੱਕ ਪਹੁੰਚ ਜਾਂਦਾ, ਉਹ ਖਾਲਸੇ ਤੱਕ ਪਹੁੰਚ ਜਾਂਦਾ। ਭਾਵ ਨਰਸਰੀ ਤੋਂ, ਪਹਿਲੀ ਤੋਂ ਚੱਲਦਾ ਚੱਲਦਾ ਬੱਚਾ ਅੱਜ ਡਿਗਰੀਆਂ ਪ੍ਰਾਪਤ ਕਰ ਗਿਆ, ਵੱਡੇ ਤੋਂ ਵੱਡੇ ਭਾਵ ਆਪਣੇ ਜੀਵਨ ਦੇ ਵਿੱਚ ਅਹੁਦੇ ਲਾ ਲਓ, ਵੱਡੇ ਤੋਂ ਵੱਡੇ ਕੰਮਾਂ ਤੱਕ ਉਹ ਪਹੁੰਚ ਗਿਆ। ਪਰ ਚੱਲਿਆ ਕਿੱਥੋਂ ਸੀ? ਇੱਕ ਕਾਇਦੇ ਤੋਂ ਚੱਲਿਆਗਾ, ਊੜੇ ਤੋਂ ਚੱਲਿਆਗਾ, ਨਰਸਰੀ ਤੋਂ, ਪਹਿਲੀ ਤੋਂ ਚੱਲਿਆਗਾ। ਅੱਗੇ ਵੱਧਦਾ ਗਿਆ ਨਾ, ਉਹਦੇ ਜੀਵਨ ਦਾ ਵਿਦਿਆ ਦੇ ਨਾਲ, ਦੁਨਿਆਵੀ ਵਿਦਿਆ ਦੇ ਨਾਲ ਦੁਨਿਆਵੀ ਤਲ ਤੇ ਵਿਕਾਸ ਹੁੰਦਾ ਗਿਆ। ਇਵੇਂ ਜਿਵੇਂ ਸਿੱਖ ਚੱਲਦਾ ਇੱਕ ਦਿਨ ਉਸ ਡਿਗਰੀ ਤੱਕ ਪਹੁੰਚ ਗਿਆ ਵੀ ਗੁਰਦੇਵ ਨੇ ਇਹਨੂੰ ਖਾਲਸਾ ਬਣਾ ਦਿੱਤਾ। ਖਾਲਸਾ ਮੇਰੋ ਰੂਪ ਹੈ ਖਾਸ। ਹੁਣ ਪਿੱਛੇ ਜਿਹੜੀ ਗੱਲ ਆ ਉਹ ਕੀ ਆਪਾਂ ਸਿੱਖ ਸਮਝਣੀ ਆ ਵੀ ਜਿਹੜੀ ਗੱਲ ਸਿੱਖ ਵਾਲੀ ਆ ਨਾ, ਸਿੱਖ ਤੋਂ ਭਾਵ ਸਿੱਖਣ ਵਾਲਾ, ਸਿੱਖ ਤੋਂ ਭਾਵ ਸਿੱਖਿਆਰਥੀ। ਹੁਣ ਚੇਤਾ ਰੱਖਿਓ, ਸਕੂਲ ਦੇ ਵਿੱਚ ਨਾ ਕਲਾਸ ਦੇ ਵਿੱਚ ਵਿਦਿਆਰਥੀ ਬੈਠੇ ਨੇ, ਚੇਤਾ ਰੱਖਿਓ ਪਿਆਰ ਵਾਲਿਓ, ਉਹਨਾਂ ਵਿਦਿਆਰਥੀਆਂ ਨੂੰ ਨਾ ਇੱਕ ਰੂਲ ਦੇ ਮੁਤਾਬਕ, ਇੱਕ ਨਿਯਮ ਦੇ ਮੁਤਾਬਕ ਇੱਕੋ ਜਿਹੀ ਵਰਦੀ ਪਹਿਨਾਈ ਗਈ ਆ। ਭਾਵ ਉਹਨਾਂ ਵਿੱਚ ਵੱਡੇ ਛੋਟੇ ਦਾ, ਅਮੀਰ ਗਰੀਬ ਦਾ ਪਤਾ ਨਾ ਲੱਗੇ, ਤੇ ਲੱਗਦਾ ਵੀ ਨਹੀਂ ਪਤਾ। ਇੱਕ ਨਿਯਮ ਬਣਾ ਦਿੱਤਾ ਨਾ। ਹੁਣ ਜਿਹੜਾ ਸਿੱਖਣ ਵਾਲਾ ਗਾ, ਉਹ ਜਿਹੜਾ ਸਿੱਖ ਗੁਰੂ ਕੋਲੇ ਆ ਗਿਆ ਨਾ, ਉਹਨਾਂ ਨੂੰ ਫਿਰ ਵਾਹਿਗੁਰੂ ਜੀ ਨੇ ਇੱਕ ਨਾਂ ਦੇ ਦਿੱਤਾ, ਵਰਦੀ ਰੂਪੀ ਨਾਂ ਦੇ ਦਿੱਤਾ ਵੀ ਤੁਸੀਂ ਸਾਰੇ ਮੇਰੇ ਵਿਦਿਆਰਥੀਓ ਸਿੱਖੋ। ਤੇ ਭਾਵੇਂ ਉਹ ਸਿੱਖਣ ਵਾਲੀ ਕਲਾਸ ਦੇ ਵਿੱਚ ਕੋਈ ਆ ਜੇ, ਹਿੰਦੂ, ਮੁਸਲਮ, ਸਿੱਖ, ਈਸਾਈ, ਜੈਨੀ, ਬੋਧੀ, ਜਿਹੜਾ ਮਰਜ਼ੀ ਆ ਜੇ, ਜਿਹੜਾ ਵੀ ਸਿੱਖਣ ਦੀ ਭਾਵਨਾ ਲੈ ਕੇ ਆ ਗਿਆ ਉਹ ਸਿੱਖ ਆ। ਉਧਰ ਆਪਾਂ ਉਦਾਹਰਨ ਕੀ ਲੈਤੀ ਹੈ ਵੀ ਇੱਕ ਵਰਦੀ ਪਹਿਨਾਈ ਗਈ ਆ, ਇੱਕੋ ਜਿਹੇ ਕੱਪੜੇ ਪਹਿਨਾਏ ਗਏ ਨੇ ਵੀ ਭਾਵ ਕਿਸੇ ਦਾ ਪਤਾ ਨਾ ਲੱਗੇ, ਛੋਟੇ ਵੱਡੇ ਦਾ, ਗਰੀਬ ਅਮੀਰ ਦਾ, ਸਭ ਇੱਕੋ ਜਿਹੇ ਜਾਪਣ।
ਇੱਥੇ ਗੁਰੂ ਨੇ ਸਿੱਖ ਰੂਪੀ ਵਰਦੀ ਪਹਿਨਾਤੀ ਵੀ ਜਿਹੜਾ ਵੀ ਸਿੱਖਣ ਵਾਲਾ ਗਾ ਸਿੱਖਦਾ ਬੰਦਾ ਖਾਲਸੇ ਤੱਕ ਪਹੁੰਚ ਗਿਆ। ਤੇ ਵੀ ਗੱਲ ਆ ਨਾ ਵੀ ਜਦੋਂ ਬੱਚਾ ਪੜ੍ਹਦਾ ਛੋਟਾ ਹੁੰਦਾ ਸੀ ਉਦੋਂ ਇੱਕ ਵਰਦੀ ਸੀ, ਜਿਉਂ-ਜਿਉਂ ਵੱਡਾ ਹੋ ਗਿਆ ਚੇਤਾ ਰੱਖਿਓ ਉਹਦੀ ਵਰਦੀ ਉਹਦੇ ਕੋਲੋਂ ਗੁੰਮ ਹੋ ਗਈ, ਵਰਦੀ ਨਿਕਲ ਗਈ। ਵੱਡੀਆਂ ਕਲਾਸਾਂ ਵਿੱਚ ਲੱਗ ਗਿਆ ਨਾ, ਹੁਣ ਆਪਣੇ ਮਨ ਭਾਉਂਦੇ ਕੱਪੜੇ ਪਾਉਂਦਾ ਤੇ ਆਪਾਂ ਵੇਖਦੇ ਹਾਂ ਵੀ ਕਿਹੋ ਜਿਹੇ ਕੱਪੜੇ ਪਹਿਨਦੇ ਨੇ। ਚਲੋ ਕਹਿਣ ਤੋਂ ਭਾਵ ਸਿੱਖਦਾ ਬੱਚਾ ਇੱਕ ਦਿਨ ਖਾਲਸੇ ਤੱਕ ਪਹੁੰਚ ਗਿਆ। ਖਾਲਸਾ ਅਲੱਗ ਇੱਕ ਵੱਖਰੀ ਕੌਮ ਬਣ ਗਈ, ਇੱਕ ਵੱਖਰਾ ਜੀਵਨ ਬਣ ਗਿਆ, ਹੋਰਾਂ ਨਾਲੋਂ ਨਿਰਲੇਪਤਾ ਵਾਲਾ ਪੱਖ ਬਣ ਗਿਆ। ਤੇ ਸਿੱਖਣ ਵਾਲੇ ਸਾਰੇ ਇੱਕੋ ਜਿਹੇ ਆ ਗਏ, ਉਹਦੇ ਚ ਭਾਵੇਂ ਕੋਈ ਵੀ ਆ ਜੇ। ਤੇ ਇੱਥੇ ਜਿਹੜਾ ਰਹਿਤਨਾਮੇ ਵਿੱਚ ਜ਼ਿਕਰ ਕੀਤਾ ਨਾ, ਸਭ ਸਿੱਖਣ ਕੋ ਹੁਕਮ ਹੈ, ਇੱਥੇ ਇਉਂ ਨਹੀਂ ਲਿਖਿਆ ਸਭ ਖਾਲਸੇ ਨੂੰ ਹੁਕਮ ਹੈ। ਜਿਹਦਾ ਖਾਲਸੇ ਦੀ ਗੱਲ ਆਉਂਦੀ ਫਿਰ ਤਾਂ ਕੇਵਲ ਆਪਾਂ ਇਹ ਸਮਝ ਲੈਣਾ ਸੀ ਵੀ ਕੱਲੇ ਖਾਲਸੇ ਦੀ ਗੱਲ ਆ, ਕੱਲੇ ਮਤਲਬ ਕਿ ਜਿਨ੍ਹਾਂ ਨੇ ਅੰਮ੍ਰਿਤ ਛਕ ਲਿਆ ਨਾ, ਗੁਰਬਾਣੀ ਨਾਲ ਜੁੜ ਗਏ, ਗੁਰਬਾਣੀ ਮੁਤਾਬਕ ਜੀਵਨ ਜਿਉਣ ਲੱਗ ਗਏ, ਉਹਨਾਂ ਦੀ ਗੱਲ ਆ। ਪਰ ਇੱਥੇ ਸਿੱਖਣ ਤੋਂ ਭਾਵ ਕੀ ਵੀ ਸਭ ਦੀ ਗੱਲ ਆ ਗਈ। ਫਿਰ ਪਾਤਸ਼ਾਹ ਨੇ ਆਪ ਗੁਰਬਾਣੀ ਵਿੱਚ ਵੀ ਦਰਜ ਕੀਤਾ ਨਾ, ਗੁਰਬਾਣੀ ਨੂੰ ਪੜ੍ਹ ਕੇ ਅੱਗੇ ਰਹਿਤਨਾਮੇ ਲਿਖੇ ਗਏ ਆ ਗੁਰੂ ਪਿਆਰਿਆਂ ਨੇ। ਫਿਰ ਗੁਰਬਾਣੀ ਵਿੱਚ ਕੀ ਦਰਜ ਕੀਤਾ? ਪਾਸੇ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ। ਫਿਰ 4 ਦਰਵਾਜ਼ਿਆਂ ਵਾਲਾ ਮੇਰੇ ਮਾਲਕ ਨੇ ਹਰਮੰਦਰ ਵੀ ਬਣਾਇਆ। ਭਾਵ ਕੋਈ ਵੀ ਇਨਸਾਨ ਆ ਜਿਹਦੇ ਅੰਦਰ ਸਿੱਖਣ ਦੀ ਭਾਵਨਾ ਨਾ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮਾਨਤਾ ਦੇ ਦਿੱਤੀ ਵੀ ਇਹ ਤੁਹਾਡਾ ਉਸਤਾਦ ਹੈ, ਗੁਰੂ ਹੈ, ਤੁਹਾਡਾ ਟੀਚਰ ਹੈ, ਅਧਿਆਪਕ ਆ। ਇਹਦੇ ਕੋਲੋਂ ਜਿਹੜੀ ਵੀ ਮਰਜ਼ੀ ਗੱਲ ਆ ਕੇ ਪੁੱਛਿਓ, ਪਰ ਪਿਆਰ ਵਾਲਿਓ ਭਾਵਨਾ ਸਿੱਖਣ ਦੀ ਲੈ ਕੇ ਆਇਓ, ਭਾਵਨਾ ਸਿਖਾਉਣ ਵਾਲੀ ਨਾ ਲੈ ਕੇ ਆਇਓ। ਤੇ ਸ਼ਾਇਦ ਇਹ ਤੁਸੀਂ ਜ਼ਰੂਰ ਧਿਆਨ 'ਚ ਰੱਖੋ। ਆਪਾਂ ਅਕਸਰ ਇਹ ਬੇਨਤੀ ਕਰਦੇ ਹਾਂ, ਤੁਹਾਡੇ ਤੇ ਬੜੀ ਕਿਰਪਾ, ਇਉਂ ਕਹਿ ਲਓ ਵੀ ਆਪਣੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਤੇ ਕਹਿ ਲਓ, ਸੰਗਤ ਤੇ ਕਹਿ ਲਓ, ਬਹੁਤ ਜ਼ਿਆਦਾ ਕਿਰਪਾ। ਸਮਝਦਾਰ ਹੋ ਨਹੀਂ, ਬਹੁਤ ਭਾਈ ਬੁਰਾ ਹਾਲ ਹੈਗਾ। ਅੱਜ ਇਹ ਗੁਰੂ ਦੇ ਇਰਦ ਗਿਰਦ ਨਾ, ਇਹ ਗੁਰੂ ਦੀ ਆਸ-ਪਾਸ ਰਹਿਣ ਵਾਲੇ ਲੋਕ ਕੋਨੇ ਮੋਨੇ ਨੇ। ਹੈਰਾਨੀ ਦੀ ਗੱਲ ਆ ਵੀ ਜਦੋਂ ਕਿਤੇ ਵੇਖੀਦਾ ਨਾ ਵੀ ਗੁਰੂ ਦੀ ਸਾਂਭ ਸੰਭਾਲ ਵਾਲੇ ਕੌਣ ਨੇ, ਜ਼ਿੰਮੇਵਾਰ ਕੌਣ ਨੇ, ਕੱਟੀਆਂ ਦਾੜੀਆਂ ਵਾਲੇ ਹੁੰਦੇ ਨੇ। ਕਹਿੰਦੇ ਹੱਥ ਨੇ ਸ਼ਰਾਬ ਵੀ ਪੀ ਲੈਂਦੇ ਨੇ, ਕਹਿੰਦੇ ਜੀ, ਕਹਿੰਦੇ ਚਲੋ ਕੋਈ ਨਾ, ਤੜਕੇ ਤਾਂ ਨਹਾ ਕੇ ਨਾ ਵਰਸ਼ ਵਗੈਰਾ ਕਰਕੇ ਦਾਤਨ ਕੋਲੀ ਕਰਕੇ ਫਿਰ ਆਉਂਦੇ ਅਸੀਂ, ਹੱਥ ਨੇ ਪੀ ਲੈਂਦੇ ਆ। ਵੀ ਦਾੜੀ ਰੱਖ ਲਓ ਪਿਆਰ ਵਾਲੇ, ਗੁਰੂ ਕਹਿੰਦਾ ਕੇਸ ਰੱਖ ਲਓ, ਸ਼ਰਾਬ ਛੱਡ ਦੋ, ਅੰਮ੍ਰਿਤ ਛਕ ਲਓ। ਕਹਿੰਦੇ ਨਹੀਂ, ਇਹਦਾ ਕੰਮ ਔਖਾ ਗਾ। ਫਿਰ ਉਹ ਲੋਕ ਜਿਹੜੇ ਇਰਦ ਗਿਰਦ ਆ ਨਾ, ਜਿਨ੍ਹਾਂ ਦਾ ਆਪਾਂ ਹਵਾਲਾ ਦਿੱਤਾ ਗਾ, ਫਿਰ ਉਹ ਲੋਕ ਮੱਤਾਂ ਦਿੰਦੇ ਆ, ਮੱਤ ਲੈਂਦੇ ਨਹੀਂ। ਸਮਝ ਗਏ ਨਾ? ਉਹ ਲੋਕ ਮੱਤ ਦਿੰਦੇ ਨੇ, ਮੱਤ ਲੈਂਦੇ ਨਹੀਂ। ਫਿਰ ਗੁਰੂ ਦਾ ਉਪਦੇਸ਼ ਕੀ ਹੈ? ਮੱਤ ਲੈਣੀ ਆ, ਮੱਤ ਦੇਣੀ ਨਹੀਂ ਹੈ। ਕਦੇ ਤੁਸੀਂ ਸਕੂਲ ਦੇ ਵਿੱਚ ਇਦਾਂ ਦੀ ਬੁਝਾਰਤ ਨਹੀਂ ਸੁਣੀ ਹੋਣੀਗੀ ਵੀ ਕੋਈ ਬੱਚਾ ਨਾ ਜਾ ਕੇ ਟੀਚਰਾਂ ਨੂੰ ਮੱਤ ਦੇਵੇ ਤੇ ਟੀਚਰਾਂ ਤੋਂ ਮੱਤ ਲੈਂਦਾ ਜਾ ਕੇ ਉਹ। ਫਿਰ ਇਹ ਕੁਝ ਗੁਰਦੁਆਰੇ 'ਚ ਕਿਉਂ ਹੁੰਦਾਗਾ ਵੀ ਜਿੱਥੇ ਆ ਕੇ ਮੱਤ ਲੈਣ ਦੀ ਬਜਾਏ ਨਾ ਮੱਤ ਦਿੱਤੀ ਜਾਂਦੀ ਆ। ਇਉਂ ਨਹੀਂ ਇਉਂ ਕਰੋ, ਇਉਂ ਨਹੀਂ ਇਉਂ ਕਰੋ। ਠੀਕ ਹੈ, ਕਿਰਾਏ ਦੇਣੀ ਉਹ ਅਲੱਗ ਚੀਜ਼ ਆ, ਬਾਹਰਲੇ ਬੰਦੇ ਨੂੰ ਵੱਧ ਪਤਾ ਗਾ, ਉਹਨੇ ਦਿਸ ਗਿਆ, ਉਹਨੇ ਆ ਕੇ ਸਮਝਾ ਦਿੱਤਾ, ਉਹ ਵੱਖਰੀ ਚੀਜ਼ ਆ। ਪਰ ਇੱਕ ਆਪਣੀ ਚਲਾਉਣੀ ਬਿਨਾਂ ਵਜ੍ਹਾ ਤੋਂ, ਫਿਰ ਉੱਥੇ ਸਮਝਣਾ ਪਊਗਾ ਵੀ ਆਪਾਂ ਮੱਤ ਲੈਣ ਨਹੀਂ, ਸਿੱਖਣ ਨਹੀਂ। ਆਪਾਂ ਸਿੱਖਣ ਨਹੀਂ ਆਏ, ਆਪਾਂ ਸਿਖਾਉਣ ਆਏ ਆ। ਆਪਾਂ ਵਿਦਿਆਰਥੀ ਬਣ ਕੇ ਨਹੀਂ ਆਏ, ਆਪਾਂ ਟੀਚਰ ਬਣ ਕੇ ਗੁਰੂ ਕੋਲੇ ਆਏ ਆ। ਫਿਰ ਜਿਹੜਾ ਟੀਚਰ ਬਣ ਕੇ ਆਵੇ ਨਾ, ਚੇਤਾ ਰੱਖੋ ਸਕੂਲਾਂ 'ਚ ਟੀਚਰਾਂ ਦੀ ਲੜਾਈ ਵੀ ਹੋ ਜਾਂਦੀ ਆ। ਬੱਚਿਆਂ ਨੂੰ ਟੀਚਰ ਕੁੱਟਦਾ, ਪਰ ਚੇਤਾ ਰੱਖਿਓ ਸਿਆਣਾ ਬੱਚਾ ਟੀਚਰ ਦੇ ਕੁੱਟੇ ਦਾ ਗੁੱਸਾ ਨਹੀਂ ਕਰਦਾ ਗਾ, ਸਿਆਣਾ ਬੱਚਾ। ਪਰ ਟੀਚਰ ਆਪਸ ਵਿੱਚ ਲੜਦੇ ਨੇ, ਕਿਉਂ? ਕਿਉਂਕਿ ਉਹ ਕਹਿੰਦਾ ਮੈਂ ਵੱਧ ਜਾਣਦਾ, ਮੈਂ ਵੱਧ ਪੜ੍ਹਿਆਂਗਾ, ਦੂਜਾ ਕਹਿੰਦਾ ਮੈਂ ਵੱਧ ਪੜ੍ਹਿਆ, ਮੈਂ ਤੇਰੇ ਨੂੰ ਘੱਟ ਆ, ਉਹ ਕਹਿੰਦਾ ਮੈਂ ਤੇਰੇ ਨੂੰ ਘੱਟਾਂਗਾ। ਜੇ ਅਸੀਂ ਸਿਖਾਉਣ ਆ ਗਏ ਨਾ, ਮੱਤ ਲੈਣ ਦੀ ਬਜਾਏ ਦੇਣ ਆ ਗਏ, ਫਿਰ ਸਾਡੀ ਗੁਰੂ ਨਾਲ ਲੜਾਈ ਹੋ ਜੂ, ਫਿਰ ਸਾਡੇ ਪੱਲੇ ਕੁਝ ਵੀ ਨਹੀਂ ਪੈਣਾਗਾ। ਉਹ ਵੀ ਟੀਚਰ, ਅਸੀਂ ਵੀ ਟੀਚਰ ਬਣ ਗਏ, ਫਿਰ ਤਾਂ ਗੜਬੜ ਹੋਈ ਪਈ ਆ। ਇਸ ਕਰਕੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਉਪਦੇਸ਼ ਤੈਨੂੰ ਦਿੱਤਾ ਨਾ, ਉਹ ਉਪਦੇਸ਼ ਲੈ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਜਦੋਂ ਭਾਵਨਾ ਆ ਬਣ ਗਈ ਨਾ ਸਿੱਖਣ ਵਾਲੀ, ਫਿਰ ਸਾਜਣ ਆਏ ਬੁੱਠੇ ਘਰ ਮਾਹੀ। ਫਿਰ ਤੇਰੇ ਹਿਰਦੇ ਰੂਪੀ ਘਰ ਦੇ ਵਿੱਚ ਨਾ ਸੱਜਣ ਗੁਰੂ ਆ ਕੇ ਵਸ ਜਾਵੇਗਾ, ਗੁਰਮਤ ਵਸ ਜਾਵੇ। ਕਹਿਣ ਤੋਂ ਭਾਵ ਗੁਰੂ ਦਾ ਗਿਆਨ ਆ ਕੇ ਵਸ ਜਾਵੇ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਇਹ ਕਿਹਨੇ ਗੱਲ ਕਹੀ ਆ? ਇਹ ਮੌਕੇ ਦੇ ਭੱਟਾਂ ਨੇ ਗੱਲ ਕਹੀ ਹੈ। ਤੇ ਭੱਟ ਕੌਣ ਸੀ? ਜਿਨ੍ਹਾਂ ਨੂੰ ਲੋਕ ਪੂਜਦੇ ਸੀ,
ਪੂਜਣ ਤੋਂ ਭਾਵ ਜਿਨ੍ਹਾਂ ਨੂੰ ਲੋਕ ਇੱਜ਼ਤ ਦਿੰਦੇ ਸੀ ਵੀ ਇਹ ਸਿਆਣੇ ਨੇ ਸਾਡੇ ਸਮਾਜ ਵਿੱਚੋਂ, ਜਿਨ੍ਹਾਂ ਨੂੰ ਲੋਕ ਸਿਆਣੇ ਕਹਿੰਦੇ ਸੀ ਨਾ, ਉਹਨਾਂ ਨੇ ਗੁਰੂ ਕੋਲੇ ਆ ਕੇ ਕਹਿ ਦਿੱਤਾ, ਕੀ ਕਹਿਤਾ, ਇੱਕ ਅਰਦਾਸ ਭਾਟ ਕੀਰਤ ਕੀ, ਉਹਨਾਂ ਨੇ ਕਹਿ ਦਿੱਤਾ ਵੀ ਸਾਡੇ ਜੀਵਨ ਦਾ ਜਿਹੜਾ ਸਿਧਾਂਤ ਆ ਨਾ ਉਹ ਤੇਰੇ ਅੱਗੇ ਬਿਲਕੁਲ ਤੁੱਛ ਹੈ, ਕੀੜੀ ਹੈ, ਤੇਰੇ ਅੱਗੇ ਸਾਡੀ ਕੋਈ ਵੀ ਤਾਕਤ ਨਹੀਂ ਹੈ। ਉਹਨਾਂ ਨੇ ਹੱਥ ਬੰਨ੍ਹ ਕੇ ਬੇਨਤੀ ਕੀਤੀ ਆ, ਕੀ ਕਿਹਾਗਾ, ਸੱਚੇ ਪਾਤਸ਼ਾਹ ਤੇਰੀ ਬਖਸ਼ ਸਦਕਾ ਅਸੀਂ 9 ਰਹਿ ਸਕਦੇ ਆ, ਪਰ ਤੇਰੇ ਨਾਲ ਮੁਕਾਬਲਾ ਕਰਕੇ ਖਤਮ ਹੋ ਜਾਾਂਗੇ। ਪਿਰਥਗੀ ਨੇ ਮੁਕਾਬਲਾ ਕੀਤਾ, ਖਤਮ ਹੋ ਗਿਆ। ਰਾਮ ਰਾਏ ਨੇ ਮੁਕਾਬਲਾ ਕੀਤਾ, ਖਤਮ ਹੋ ਗਿਆ। ਜਿਨ੍ਹਾਂ ਨੇ ਵੀ ਮੁਕਾਬਲਾ ਕੀਤਾ ਖਤਮ ਹੋ ਗਏ, ਪਰ ਜਿਨ੍ਹਾਂ ਨੇ ਹੱਥ ਜੋੜ ਕੇ ਵਿਦਿਆਰਥੀ ਬਣ ਕੇ ਬਹਿ ਗਏ ਨਾ, ਫਿਰ ਉਹਨਾਂ ਸਾਰੇ ਦੇ ਸਾਰੇ ਭੱਟਾਂ ਨੂੰ ਗੁਰੂ ਸਾਹਿਬ ਨੇ ਨਾ ਇੱਕ ਮੰਜੀ ਤੇ ਬਹਾਤਾ। ਕਹਿੰਦਾ ਆਓ ਤੁਸੀਂ ਆਏ ਹੋ ਨਾ ਤੇ ਤੁਹਾਨੂੰ ਮੈਂ ਇੱਥੋਂ ਤੋਰਾਂਗਾ ਨਹੀਂ ਤੇ ਤੁਸੀਂ ਗੁਰੂ ਕੋਲੇ ਨਾ ਬੈਠਣ, ਕੋਲੇ ਨਹੀਂ ਬੈਠਣਾ, ਤੁਹਾਨੂੰ ਗੁਰੂ ਦੇ ਹਿਰਦੇ 'ਚ ਥਾਂ ਮਿਲੂਗੀ। ਚੇਤਾ ਰੱਖਿਓ, ਫਿਰ ਥਾਂ ਕਿੱਥੇ ਲੈ ਗਏ ਉਹ, ਹਿਰਦੇ ਵਿੱਚ ਲੈ ਗਏ। ਕਦੇ ਕਾਸ਼ ਸਾਡੀ ਭਾਵਨਾ ਵੀ ਆਹ ਬਣ ਜਾਵੇ ਵੀ ਅਸੀਂ ਗੁਰੂ ਤੋਂ ਕੁਝ ਲੈਣਾ ਤੇ ਗੁਰੂ ਨੂੰ ਕੁਝ ਦੇਣਾ ਨਹੀਂ ਹੈ। ਸਾਜਣ ਆਏ ਬੁੱਠੇ ਹਿਰਦੇ ਵਿੱਚ, ਬੁੱਠਾ ਮੀਨਜ ਹਿਰਦਾ, ਹਿਰਦੇ ਵਿੱਚ ਭਾਵ ਘਰ ਮਾਹੀ ਅੰਦਰ ਆ ਕੇ ਬੈਠ ਜਾਏਗੇ। ਫਿਰ ਪਾਤਸ਼ਾਹ ਜੀ ਕਹਿੰਦੇ ਜੀਵਨ ਚੜ੍ਹਦੀ ਕਲਾ ਵਾਲਾ ਹੋਵੇਗਾ। ਫਿਰ ਸਾਡਾ ਦੂਜਾ ਪੁਆਇੰਟ ਕੀ ਸੀਗਾ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ। ਤੇ ਅੱਗੇ ਕੀ ਲਿਖਿਆ, ਪ੍ਰਗਟ ਗੁਰਾਂ ਕੀ ਦੇ। ਹੁਣ ਆਪਾਂ ਨੂੰ ਪਤਾ ਨਾ ਵੀ ਦੇ ਮਾਸ ਮਿੱਝ ਹੱਡੀਆਂ ਦੀ ਬਣਦੀ ਆ, ਭਾਵ ਕੋਈ ਵੀ ਸਰੀਰਕ ਤਲ ਤੇ ਨਮੂਨਾ ਨਾ, ਪਸ਼ੂ ਪੰਛੀ ਮਨੁੱਖੀ ਸਰੀਰ, ਇਹਨਾਂ ਦਾ ਭਾਵ ਜਿਹੜਾ ਮਟੀਰੀਅਲ ਆ ਉਹ ਪਰਮਾਤਮਾ ਵੱਲੋਂ ਤਿਆਰ ਕੀਤਾ ਗਿਆ। ਖੂਨ ਕਿਹਨੇ ਤਿਆਰ ਕੀਤਾ, ਪਰਮਾਤਮਾ ਨੇ ਤਿਆਰ ਕੀਤਾ ਨਾ। ਕਿੱਥੋਂ ਤਿਆਰ ਕੀਤਾ, ਅੰਨ ਚੋਂ। ਮਾਸ ਉਹ ਖੂਨ ਦਾ ਹਿੱਸਾ ਗਾ, ਹੱਡੀਆਂ ਉਹ ਵੀ ਖੂਨ ਦਾ ਹਿੱਸਾ, ਤੇ ਪਿੱਛੇ ਤਾਕਤ ਖੂਨ ਵਿੱਚ ਪਾਉਣ ਵਾਲਾ ਕੌਣ ਆ, ਪਰਮਾਤਮਾ। ਤੇ ਹੁਣ ਚੇਤਾ ਰੱਖਿਓ, ਇਹ ਉਹ ਨਹੀਂ ਹੈ ਵੀ ਕੋਈ ਪਿੰਡ ਦੇ ਵਿੱਚੋਂ, ਕੋਈ ਏਰੀਏ ਦੇ ਵਿੱਚੋਂ, ਕੋਈ ਆਪਣੇ ਸਮਾਜ ਦੇ ਵਿੱਚੋਂ ਨਾ ਕਾਰੀਗਰ ਲੱਭ ਲਿਆ ਤੇ ਉਹਨੇ ਚੂਨਾ ਬਣਾ ਕੇ ਦਿੱਤਾ, ਸੀਮੈਂਟ ਬਣਾ ਕੇ ਦਿੱਤਾ, ਪੱਥਰ ਬਜਰੀ ਉਹਨੇ ਬਣਾ ਕੇ ਦਿੱਤੀ, ਤਿਆਰ ਕਰਕੇ ਦਿੱਤੀ ਨਾ। ਸਰੀਰ ਨੂੰ ਬਣਾਉਣ ਵਾਲਾ ਮਟੀਰੀਅਲ ਕਿਸੇ ਮਿਸਤਰੀ ਦੀ ਕਾਢ ਨਹੀਂ, ਕਿਸੇ ਵਿਗਿਆਨੀ, ਕਿਸੇ ਖੋਜਕਾਰੀ ਦੀ ਕਾਢ ਨਹੀਂ, ਇਹ ਪਰਮਾਤਮਾ ਨੇ ਖੁਦ ਮਾਸ ਮਿੱਝ ਹੱਡੀਆਂ ਆਪ ਤਿਆਰ ਕੀਤੀਆਂ ਨੇ, ਪਾਈਆਂ ਵੀ ਗਿਣ ਕੇ ਆ। ਆਪਾਂ ਸਾਰੇ ਪੜ੍ਹਦੇ ਆ ਨਾ ਵੀ ਮਨੁੱਖੀ ਸਰੀਰ ਵਿੱਚ ਕਿੰਨੀਆਂ ਹੱਡੀਆਂ, ਕਿੰਨੇ ਜੋੜ, ਸਭ ਗਿਣ ਕੇ ਲਾਏ ਨੇ, ਵੱਧ ਘੱਟ ਨਹੀਂ ਲਾਏ। ਹਾਂ ਉਹ ਇੱਕ ਵੱਖਰਾ ਵਿਸ਼ਾ ਵੀ ਕਈ ਵਾਰ ਥੋੜਾ ਬਹੁਤਾ ਫਰਕ ਪੈ ਜਾਵੇ, ਥੋੜੇ ਬਹੁਤੇ ਕੇਸ ਅਜਿਹੇ ਨੇ ਜਿਨ੍ਹਾਂ ਵਿੱਚ ਕੋਈ ਫਰਕ ਪੈ ਗਿਆ, ਡੰਡ ਲੱਗ ਗਿਆ, ਪਰ ਨਹੀਂ, ਪਰਮਾਤਮਾ ਨੇ ਇੱਕੋ ਜਿਹਾ ਨੈਣ ਨਕਸ਼ਾ। ਇਹ ਨਹੀਂ ਹੈ ਵੀ ਕੋਈ ਵਿਦੇਸ਼ ਦੀ ਧਰਤੀ ਤੇ ਰਹਿੰਦਾ ਹੈਗਾ ਉਹਦੇ ਨੱਕ ਪਿੱਛੇ ਲਾਤਾ। ਟਰੈਕਟਰ ਆਉਂਦੇ ਆ ਨਾ, ਗੱਡੀਆਂ ਆਉਂਦੀਆਂ ਨੇ, ਸਲੈਂਸਰ ਅਲੱਗ-ਅਲੱਗ ਸਾਈਡ ਤੇ ਲੱਗੇ ਹੁੰਦੇ ਨੇ, ਹੇਠਾਂ, ਖੱਬੇ, ਸੱਜੇ, ਤੇ ਬੰਦੇ ਦਾ ਨੱਕ ਇੱਕ ਬੰਨੀ ਲਾਇਆਗਾ। ਇਹ ਨਹੀਂ ਹੈ ਵੀ ਅਲੱਗ ਥਾਂ ਤੇ ਲਾਤਾ। ਚਲੋ ਵਾਹਿਗੁਰੂ ਪਰਮਾਤਮਾ ਜੀ ਨੇ ਜੋ ਕਿਹਾ ਵੀ ਉਹ ਪਰਮਾਤਮਾ ਨੇ ਭਾਈ ਮਨੁੱਖੀ ਸਰੀਰ ਦੇਹ ਦੀ ਬਣਾਵਟ ਆਪ ਬਣਾਈ ਆ। ਤੇ ਸਾਡੇ ਗੁਰੂ ਸਾਹਿਬਾਨ ਵੀ 10 ਗੁਰੂ ਉਹ ਵੀ ਇੱਕ ਦੇਹ ਦੇ ਵਿੱਚ ਆਏ ਨੇ, ਪਰ 1708 ਦੇ ਵਿੱਚ ਦਸ਼ਮੇਸ਼ ਪਿਤਾ ਨੇ ਬਖਸ਼ਿਸ਼ ਕਰ ਦਿੱਤੀ ਵੀ ਅੱਜ ਤੋਂ ਬਾਅਦ ਦੇਹ ਵਾਲਾ ਸਿਸਟਮ ਖਤਮ ਆ ਤੇ ਤੁਹਾਨੂੰ ਸ਼ਬਦ ਗੁਰੂ, ਗਿਆਨ ਗੁਰੂ ਦੇ ਲੜ ਲਾ ਦਿੱਤਾ। ਸਾਜਣ ਆਏ ਬੁੱਠੇ ਘਰ ਮਾਹੀ, ਇਹ ਸੱਜਣ ਨੂੰ ਤੁਸੀਂ ਸਰੀਰਕ ਤਲ ਤੇ ਨਾ ਕਿਸੇ ਮਕਾਨ 'ਚ ਬਹਾਉਣ ਦੀ ਬਜਾਏ ਇਹਨੂੰ ਆਪਣੇ ਹਿਰਦੇ 'ਚ ਬਹਾਉਣਾਗਾ। ਹੁਣ ਸਰੀਰ ਨੂੰ ਤਾਂ ਮਕਾਨ 'ਚ ਬਹਾਉਣਾ ਪਊ ਨਾ, ਕਿਸੇ ਰੂਮ 'ਚ ਬਹਾਉਣਾ ਪਊ, ਕਮਰੇ 'ਚ ਬਹਾਉਣਾ ਪਊਗਾ। ਤੇ ਜਿਹੜਾ ਸ਼ਬਦ ਗੁਰੂ ਆਗਾ, ਜਿਸ ਦੇ ਲੜ ਸਾਨੂੰ ਲਾਇਆ ਗੁਰੂ ਮਾਨਿਓ ਗ੍ਰੰਥ, ਫਿਰ ਉਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਪਾਤਸ਼ਾਹ ਕਹਿੰਦੇ ਆਪਾਂ ਹਿਰਦੇ 'ਚ ਬਹਾ ਸਕਦੇ ਆ। ਤੇ ਹਿਰਦਾ ਰੂਪੀ ਘਰ ਸਭ ਦਾ ਇੱਕੋ ਜਿਹਾ ਬਣਾਇਆ। ਸਰੀਰਕ ਰੂਪੀ ਘਰ ਤਾਂ ਵੱਡਾ ਛੋਟਾ ਹੋ ਸਕਦਾ ਨਾ, ਕਿਸੇ ਦੇ ਕਮਰਾ, ਕਿਸੇ ਦੇ 2, ਕਿਸੇ ਦੇ 4 ਆ, ਕਿਸੇ ਦੇ 5 ਨੇ, ਕਿਸੇ ਦਾ ਛੋਟਾ ਮਕਾਨ ਆ, ਕਿਸੇ ਦਾ ਵੱਡਾ ਮਕਾਨ ਆਗਾ। ਹੁਣ ਜੇ ਸਰੀਰਕ ਤਲ ਤੇ ਵੱਡੇ ਛੋਟੇ ਮਕਾਨ ਨੇ ਤੇ ਸਰੀਰਕ ਤਲ ਤੇ ਮਕਾਨ ਵੇਖ ਕੇ ਹੀ ਆਪਾਂ ਗੁਰੂ ਪਾਤਸ਼ਾਹ ਜੀ ਨੂੰ ਆਪਣੇ ਘਰ ਦੇ ਵਿੱਚ ਲਿਆਉਂਦੇ। ਮਾਫ ਕਰਨਾ, ਇਦਾਂ ਦਾ ਸਾਡਾ ਵਿਚਾਰ ਹੁੰਦਾ ਹੈਗਾ, ਥਾਂ ਹੈ ਜਾਂ ਨਹੀਂ ਹੈ।
पर जिथे गुरु बैठण नूं कहंदा ना कदे ओ थां वल तक के देखियो ओ किसी मिस्त्री ने नहीं बनाईगी। फिर गल अपनी उत्थे पहुंच गई, ओ किसी कारीगर ने नहीं बनाईगी, ओ किने बनाई आ? अपने बैठण वास्ते थां गुरु ने आप बनाई आ। भाव मैं हर एक दे हिरदे विच बह जाऊंगा, पर मैनूं कोई बहाउणा चाहे तां बहाउणा चाहे मैं अपनी थां बना के भेजी हैगी। फिर इत्थे पासा सिद्ध की करते ने भी जिहड़ी गल कहने प्रगट गुरां की देह, भाव शरीर करके नहीं गुरु साडा ओ आ जिहदे विचों एक नहीं अनेकां रब्बी प्यारियां दी देह प्रगट हुंदी आ शब्द दे राहीं। शब्द राही देह प्रगट होंदी है ना, फिर जिहड़ी शब्द राही देह प्रगट होंदी आ, फिर पातशाह जी कहंदे ओ देह ना शब्द राही प्रगट होई भी साडे हिरदे रूपी घर विच बहिंदी आ। फिर हिरदे रूपी घर विच बैठण वाली देह दा जिक्र मेरे मालक ने अज दे शब्द विच कीता। साजण आए वुठे घर मार, ये सज्जण नूं आपां अपने हिरदे च बहाउणागा। शरीर करके कोई ऐसा सज्जण नहीं है जिहड़ा साडे हिरदे च बैठ जावे। साडे हिरदे दे विच गुरु पातशाह जी की बाणी की विचारधारा वो टिक सकती है जे असीं टिकाउणी चाहिए। जे मत देण आ गए ना फिर गड़बड़ हो जाएगी, जे मत लैण आए आ फिर गड़बड़ नहीं होगी। फिर वो पातशाह साडे हिरदे रूपी घर दे विच आके बैठ जाएगा। फिर अगे पातशाह जिक्र करते ने हर गुण गावै तृप्त अगाही। फिर मालक परमात्मा के गुण गाउण दे नाल बंदा अंदरों तृप्त हो जाता, रज जाता है। उन्होंने किसी भी वाशनावां दी लोड़ नहीं रहिंदी, वो वाशनावां तो उपर उठ जाता गा। पातशाह ने लिखिया ना जप मन सतनाम सदा सतनाम, हलत पलत मुख उजल होई है, नित ध्याईए हर पुरख नरंजना। फिर अंजन तो रहत कालख तो रहत पुरख परमात्मा नूं ध्याउण लग जाता है। अगे पातशाह जिक्र करते हैं हर गुण गाए सदा तृप्त तासी, फिर भूख ना लागे आए। उन्होंने किसी भी किस्म की भाई फिर भुख नहीं लगदीगी, वो भुखां तो दूर हो जाता। आप रोज पढ़ते हैं ना, हुण भी पढ़ांगे, अगे पिछे अपने सब दे याद भी आ। जिन भुखां सब गवाइयां, आनंद साहब दीआं पहलियां पौड़ियां विचों पढ़दे आपां। वाहिगुरू जी नाल जुड़िया ना साडियां भुखां मिट जांदियां ने। इत्थे पातशाह कहंदे ओ बंदा सदा ही रज जाता है। दह दिस पूज होवै हर जन की। फिर अगे वाहिगुरू जिक्र करते ने दसे दिशावां दे विच दह दिस पूज होवै हर जन की। पूज तो भाव इज्जत। कहंदे फिर रब दे प्यारियां दी ना इज्जत भाई हर थां ते होण लग जाए। दसे दिशावां तो भाव की आ हर थां ते इज्जत। भाव जिथे जिथे भी ओ वाहिगुरू दा प्यारा रब दा प्यारा जांदा ना उत्थे ही उहनूं शोभा वडियाई मिलदी है। ये उदाहरण गुरु प्यारियां ते गुरु नानक साहब दे जीवन विच ला के आपां वेख सकदे आ। किमें रब दे प्यारे गुरु दे प्यारे किमें नगरां विच जांदे ने ते किमें उन्हां दी इज्जत, किमें उन्हां नूं प्रेम, किमें सत्कार मिलदा। ते गुरु नानक साहब दी किहड़ा किसी नाल जान पछाण सी पहिलां तो भी, पहिलां तो कोई दूर नेड़े दे इलाके विच जान पछाण सीगी नहीं। जिथे जांदे सी उत्थे उन्हां नूं प्यार मिलदा सी। प्यार मतलब इज्जत मिलती सी। फिर पातशाह जी कहते जदों तू अपने हिरदे रूपी घर विच ना सज्जण नूं बहा लिया, शब्द ज्ञान नूं उतार लिया, ते फिर उस टाइम ते तेरी अवस्था रज जाएगी। तेरियां जिंदगी दीयां वाशनावां खत्म हो जाणगियां, ते जिंदगी दीयां भुखां मिट गईयां। फिर तैनूं हर थां तो प्यार मिलूगा, सत्कार मिलूगा। फिर पातशाह ने अगले बंद विच जिक्र कीता दह दस पूज होवै हर जन की। हरि दे प्यारे दी फिर भाई हर थां ते पूजा हुंदी है, भाव इज्जत मिलती है। हर हर नाम ध्याए। लास्ट विच पातशाह कहंदे नानक हर आपे जोड़ विछोड़े हर बिन दूजा नाही। कहंदे फिर वो परमात्मा भाई खुद ही सानू विछोड़न वाला ते खुद ही सानू जोड़न वाला है। ते वाहिगुरू अगे ही अरदास बेनती करिए पातशाह विछोड़न दी बजाए जोड़न दी कोशिश करो। ते गुरु दा सिद्धांत यही आ, गुरु तोड़दा नहीं, गुरु जोड़दा है। गुरु जोगी है ना, जोगी तो भाव जोड़न वाला, जुड़िया होया।
ਤੇ ਜਦੋਂ ਆਪਾਂ ਗੁਰੂ ਦੇ ਘਰ ਵਿੱਚ ਪਹਿਲਾਂ ਜਾਵਾਂਗੇ ਨਾ, ਸਭ ਤੋਂ ਪਹਿਲੀ ਨਿਸ਼ਾਨੀ ਜੋੜਨ ਦੀ ਕੋਈ ਟੱਕਰਦੇ ਆ ਸਾਨੂੰ। ਕਿਹੜੀ ਟੱਕਰਦੀ ਆ? ਜੋੜਾ ਘਰ। ਤੇ ਉੱਥੋਂ ਸਾਨੂੰ ਸਿੱਖਿਆ ਕਿ ਜੇ ਸਿੱਖੀ ਹੀ ਲੈਣੀ ਆ ਨਾ, ਆਪਾਂ ਆਰੰਭ ਵਿੱਚ ਗੱਲ ਕੀਤੀ ਸੀ, ਮੱਤ ਲੈਣੀ ਆ, ਮੱਤ ਦੇਣੀ ਨਹੀਂ ਹੈ। ਜੇ ਮੱਤ ਲੈਣ ਦੀ ਭਾਵਨਾ ਨਾ, ਤਾਂ ਜਦੋਂ ਗੁਰੂ ਨਾਨਕ ਪਾਤਸ਼ਾਹ ਦੇ ਘਰ ਵਿੱਚ ਆਪਾਂ ਆਉਨੇ ਆ ਨਾ, ਅੰਦਰ ਵੜਦੇ ਆ, ਤੇ ਸਭ ਤੋਂ ਪਹਿਲੀ ਨਿਸ਼ਾਨੀ ਕੀ ਆ? ਜੋੜਨ ਦੀ ਹੋਈ ਆ। ਆਪਾਂ ਇਹੀ ਸੋਚਦੇ ਆ ਨਾ, ਜੋੜੇ ਕਿੱਥੇ ਰੱਖੀਏ। ਤੇ ਫਿਰ ਜਦੋਂ ਜੋੜੇ ਕਿੱਥੇ ਰੱਖਣ ਦੀ ਗੱਲ ਆਉਂਦੀ ਆ, ਤਾਂ ਫਿਰ ਜੋੜਾ ਘਰ ਲਿਖਿਆ ਹੁੰਦਾਗਾ ਵੀ ਜੋੜਾ ਘਰ ਦੇ ਵਿੱਚ ਭਾਈ ਚੱਲੋ। ਤੇ ਉੱਥੋਂ ਸਾਨੂੰ ਸਿੱਖਿਆ ਕੀ ਮਿਲਦੀ ਆ ਵੀ ਇੱਥੇ ਬੂਟ ਘਰ ਨਹੀਂ ਲਿਖਿਆ, ਚੱਪਲ ਘਰ ਨਹੀਂ ਲਿਖਿਆ, ਜੁੱਤੀ ਘਰ ਨਹੀਂ ਲਿਖਿਆ, ਜੋੜਾ ਘਰ ਹੀ ਲਿਖਿਆਗਾ। ਤੇ ਭਾਵ ਇੱਥੇ ਗੁਰੂ ਨਾਨਕ ਦੇ ਦਰ ਤੇ, ਜਿਹਦੇ ਦਰ ਤੇ ਤੂੰ ਆਇਆ ਨਾ, ਇੱਥੇ ਜੋੜੇ ਹੀ ਜਾਂਦਾਗਾ, ਤੋੜਿਆ ਨਹੀਂ ਜਾਂਦਾ ਹੈ। ਫਿਰ ਪਾਤਸ਼ਾਹ ਜੀ ਕਹਿੰਦੇ, ਉਹ ਮਾਲਕ ਅੱਗੇ ਬੇਨਤੀ ਕਰੀਏ, ਹੇ ਵਾਹਿਗੁਰੂ ਜੀ ਕਿਰਪਾ ਕਰੋ, ਤੁਸੀਂ ਸਾਨੂੰ ਵਿਛੋੜਿਓ ਨਾ ਤੇ ਸਾਨੂੰ ਜੋੜਨ ਦਾ ਬਲ ਬਖਸ਼ਿਓ। ਅਸੀਂ ਹਮੇਸ਼ਾ ਹਮੇਸ਼ਾ ਲਈ ਪ੍ਰਗਟ ਗੁਰਾਂ ਕੀ ਦੇਹ ਨਾਲ ਜੁੜ ਜਾਈਏ ਤਾਂ ਸਾਡਾ ਜੀਵਨ ਸਫਲ ਹੈ। ਸਾਜਨ ਆਏ ਬੁੱਠੇ ਘਰ ਮਾਹੀ। ਫਿਰ ਪਾਤਸ਼ਾਹ ਜੀ ਲਾਸਟ ਵਿੱਚ ਕਹਿੰਦੇ ਨੇ, ਕਹਿੰਦੇ ਫਿਰ ਅਜਿਹੇ ਸੱਜਣ ਨੂੰ ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਭਾਈ ਬਹਾਉਣ ਦਾ ਯਤਨ ਕਰ। ਉਹਨੇ ਥਾਂ ਆਪ ਬਣਾਇਆ, ਹਿਰਦਾ ਆਪ ਬਣਾਇਆ, ਪਰ ਬੁਰੀ ਗੱਲ ਇਹ ਆ ਵੀ ਤੂੰ ਕਬਜ਼ਾ ਉਹ ਪਰਮਾਤਮਾ ਦੇ ਬਣਾਏ ਹੋਏ ਘਰ ਤੇ ਆਪ ਕਰ ਲਿਆ। ਸਭ ਤੋਂ ਨਕੰਮੀ ਗੱਲ ਇਹੀ ਹੈ ਨਾ, ਅਸੀਂ ਉਹਦੇ ਬਣਾਏ ਹੋਏ ਥਾਂ ਤੇ ਨਾ ਕਬਜ਼ਾ ਆਪਣਾ ਕਰ ਲਿਆ। ਆਪਣਾ ਕਬਜ਼ਾ ਆਪਣੇ ਹਿਰਦੇ ਤੋਂ ਛੱਡ ਕੇ ਵਾਹਿਗੁਰੂ ਨੂੰ ਥਾਂ ਦਈਏ ਤਾਂ ਸਾਨੂੰ ਜਗਤ ਵਿੱਚ ਥਾਂ ਮਿਲ ਜਾਵੇਗੀ। ਇੱਥੋਂ ਤੱਕ ਵਿਚਾਰ ਸਮਾਪਤਾ। ਬੋਲਦਿਆਂ ਤੋਂ ਅੱਖਰ ਵੱਧ ਘੱਟ ਰਹਿ ਜਾਂਦਾ। ਗੁਰੂ ਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ ਜੀ। ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ।